आईटीसी का चालू करना करा दो बेटा, करो करो चालू यार। दसो माड़े हाँ जी, एक मिनट रुको। नहीं हाँ जी, चलो चला दिए जी। लड़ते रहने हैं जी। कर दो चलो चलो और नहीं होगा भाई। अगे वकील सुगंधी अली पंजाब की कर दो। प्रधानगी की साडे रणजीत सिंह चौहान ने वो तुरंत एड्रेस करना। ਪਹਿਲਾਂ ਤਾਂ ਮੈਂ ਸਾਡੇ ਜਿੰਨੇ ਵੀ ਮੀਡੀਆ ਵਾਲੇ ਵੀਰ ਆ ਉਹਨਾਂ ਦਾ ਮੈਂ ਧੰਨਵਾਦ ਕਰਦਾ। ਪਹਿਲੇ ਦਿਨ ਤੋਂ ਹੀ ਇਸ ਮੋਰਚੇ ਦੇ ਨਾਲ ਖੜੇ ਆ ਤੇ ਪੂਰਾ ਆਪਣਾ ਫਰਜ਼ ਨਿਭਾ ਰਹੇ ਆ, ਪੂਰਾ ਸਹਿਯੋਗ ਦੇ ਰਹੇ ਆ। ਸਾਡੀ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਵਿੱਚ ਕੁਝ ਫੈਸਲੇ ਲਏ ਗਏ, ਜਿਵੇਂ ਕਿ ਪਿਛਲੇ 5 ਸਾਲਾਂ ਤੋਂ ਪੰਜਾਬ ਸਰਕਾਰ ਵੱਲੋਂ ਗੰਨੇ ਦੇ ਰੇਟ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਪੰਜਾਬ ਸਰਕਾਰ ਖੰਡ ਮਿੱਲਾਂ ਪ੍ਰਤੀ ਜਿਹੜਾ ਹੇਜ ਤੇ ਪਿਆਰ ਜਤਾ ਰਹੀ ਹੈ। ਸਾਡੇ ਗੁਆਂਢੀ ਸੂਬੇ ਦੇ ਵਿੱਚ ਹਰਿਆਣਾ ਦੇ ਵਿੱਚ ਗੰਨੇ ਦਾ ਰੇਟ 350 ਰੁਪਏ ਪ੍ਰਤੀ ਕੁਆਂਟਲ ਚੱਲਦਾ। ਪੰਜਾਬ ਸਰਕਾਰ ਪਿਛਲੇ 5 ਸਾਲਾਂ ਤੋਂ ਇਹਨੇ ਕੋਈ ਰੇਟ ਦੇ ਵਿੱਚ ਵਾਧਾ ਨਹੀਂ ਕੀਤਾ, ਰੇਟ ਉੱਥੇ ਦਾ ਉੱਥੇ ਹੀ ਖੜਾ ਹੈ। ਇਸ ਦੇ ਰੇਟ ਵਿੱਚ ਤੁਰੰਤ ਪੰਜਾਬ ਸਰਕਾਰ ਵਾਧਾ ਕਰੇ। ਹੁਣ ਜਿਹੜਾ ਗੰਨੇ ਦਾ ਰੇਟ ਆ ਉਹ 310 ਰੁਪਏ ਚੱਲਦਾ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਰੇਟ ਹਰਿਆਣਾ ਦੇ ਬਰਾਬਰ ਕੀਤਾ ਜਾਵੇ। ਇਹ ਵੀ ਮੰਗ ਕੀਤੀ ਗਈ ਹੈ, ਸਰਕਾਰੀ ਖੰਡ ਮਿੱਲਾਂ ਦਾ ਜਿਹੜਾ ਬਕਾਇਆ ਆ ਪਿਛਲੇ ਸਾਲ ਦਾ 350 ਕਰੋੜ ਰੁਪਏ ਹਾਲੇ ਤੱਕ ਕਿਸਾਨਾਂ ਨੂੰ ਦੇਣੇ ਵਾਲਾ ਬਾਕੀ ਪਿਆ ਆ ਤੇ 250 ਕਰੋੜ ਰੁਪਇਆ ਪ੍ਰਾਈਵੇਟ ਮਿੱਲਾਂ ਨੇ ਹਾਲੇ ਕਿਸਾਨਾਂ ਦਾ ਬਕਾਇਆ ਦੇਣਾ। ਕੁੱਲ 600 ਕਰੋੜ ਰੁਪਇਆ ਹਾਲੇ ਤੱਕ ਕਿਸਾਨਾਂ ਦਾ ਬਕਾਇਆ ਮਿੱਲਾਂ ਨੂੰ ਪਿਆ ਆ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹ ਬਕਾਇਆ ਜਲਦੀ ਤੋਂ ਜਲਦੀ ਦਿਵਾਇਆ ਜਾਵੇ। ਸੰਯੁਕਤ ਮੋਰਚੇ ਵੱਲੋਂ ਫੈਸਲਾ ਲਾਗੂ ਕੀਤਾ ਗਿਆ ਕਿ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਗਈ 26 ਮਈ ਨੂੰ ਦਿੱਲੀ ਦੇ ਵਿੱਚ ਬੈਠੇ ਕਿਸਾਨਾਂ ਨੂੰ 6 ਮਹੀਨੇ ਪੂਰੇ ਹੋ ਗਏ ਅਤੇ ਨਰਿੰਦਰ ਮੋਦੀ ਦੀ ਸਰਕਾਰ ਬਣੇ ਨੂੰ 7 ਸਾਲ ਪੂਰੇ ਹੋ ਗਏ। 26 ਮਈ ਨੂੰ 6 ਮਹੀਨੇ ਪੂਰੇ ਹੋਣ ਤੇ ਹੁਣ 26 ਮਈ ਦਾ ਦਿਨ ਜਿਹੜਾ ਕਾਲੇ ਦਿਵਸ ਵਜੋਂ ਮਨਾਇਆ ਜਾਵੇਗਾ। ਪੰਜਾਬ ਤੇ ਪੂਰੇ ਭਾਰਤ ਦੇ ਵਿੱਚ ਹਰ ਘਰ ਦੇ ਵਿੱਚ ਦੁਕਾਨਾਂ, ਟਰੈਕਟਰਾਂ, ਕਾਰਾਂ, ਬੱਸਾਂ, ਟਰੱਕਾਂ ਆਦਿ ਤੇ ਕਾਲੇ ਝੰਡੇ ਲਗਾ ਕੇ ਲਗਾਏ ਜਾਣ। ਪੰਜਾਬ ਦੇ ਵਿੱਚ ਦੁਕਾਨਦਾਰਾਂ, ਕਾਰਖਾਨਾਦਾਰਾਂ ਤੇ ਟਰਾਂਸਪੋਰਟਰਾਂ ਨੂੰ ਅਪੀਲ ਹੈ ਕਿ ਉਹ ਆਪਣੇ ਅਦਾਰਿਆਂ ਤੇ ਵਹੀਕਲਾਂ ਤੇ ਕਾਲੇ ਝੰਡੇ ਲਾ ਕੇ ਰੋਸ ਪ੍ਰਗਟ ਕਰਨ। ਇਸ ਫੈਸਲੇ ਵਿੱਚ ਕੇਂਦਰ ਸਰਕਾਰ ਵੱਲੋਂ ਖਾਦਾਂ ਦੇ ਰੇਟ ਦੇ ਵਿੱਚ ਭਾਰੀ ਵਾਧਾ ਕੀਤਾ ਗਿਆ ਕਿਉਂਕਿ ਫਸਲਾਂ ਦਾ ਰੇਟ ਕਾਫੀ ਡਾਊਨ ਆ। ਫਸਲਾਂ ਦਾ ਰੇਟ ਉੱਥੇ ਦਾ ਉੱਥੇ ਤਕਰੀਬਨ ਖੜਾ ਆ ਤੇ ਡੀਜ਼ਲ ਦੇ ਰੇਟ ਤੇ ਪੈਟਰੋਲ ਦੇ ਰੇਟ ਵਿੱਚ ਵੀ ਕਾਫੀ ਵਾਧਾ ਕੀਤਾ ਗਿਆ। ਸਾਰੇ ਮੋਰਚੇ ਵੱਲੋਂ ਇਸ ਦੀ ਨਿੰਦਾ ਕੀਤੀ ਜਾਂਦੀ ਹੈ। ਹੁਣ ਮੈਂ ਬੇਨਤੀ ਕਰੂੰਗਾ ਸਾਡੇ ਸਤਿਕਾਰਯੋਗ ਕਿਸਾਨ ਆਗੂ ਸਰਦਾਰ ਬਲਵੀਰ ਸਿੰਘ ਜੀ ਰਾਜੇਵਾਲ ਉਹ ਇਸ ਬਾਰੇ ਵਿਚਾਰ ਦੇਣਗੇ। देखो बड़ा अफसोसनाक पहलू है कि पंजाब ऐसी स्टेट है जिथे सब तो घट गन्ने का पाया 5 साल तो कैप्टन अमरिंदर सिंह की सरकार बनी हो गए। शुगर केन आज तक शुगर केन कंट्रोल बोर्ड बाद पता नहीं की किसान
350 रुपये पाए सानू पैदा होती। तो इस करके मैं समझदा कि ये बहुत वड्डी जानबूझ के की हुई अनगहली है पंजाब सरकार वालों। यदि असी मीटिंग के विच बहुत सख्त निंदा की है, भी फैसला किया भी जे सरकार ने हुण भी साल 2021 का जिहड़ा सी गन्ना बेचिया जे उहदे भाव च वाधा करके पैसे नहीं पाउंदी तां एक मोर्चा असीं पंजाब विच भी खोल देंगे। दूसरी गल एक ये भी है भी केंद्र सरकार ने खादां के भाव में बहुत ज़्यादा वाधा किया है। डीजल और पेट्रोल के भाव रोज वधी जा रहे हैं। इस हिसाब नाल खेती का धंधा नहीं चल सकना। उहदी असीं बहुत सख्त शब्दां जगवीर होरां ने जिक्र किया है। किसान मोर्चे वालों उहदा प्रैस रिलीज आज जारी करना है ते सारे भाग आया जाएगा। इन्होंने पंजाब की जथेबंदी वालों पंजाब के लोगों को अपील की है, पर संयुक्त किसान मोर्चे वालों सारे देश दियां सारियां जथेबंदियां नूं, सारे आम शहरियां नूं, सारे किसानां नूं, खास तौर पर मजदूरां नूं ये अपील की है भी उस दिन काला दिवस मनाओ, अपने घर से भी काले झंडे लाओ, अपने वहीकल्स से भी काले झंडे लाओ और दिने 12 बजे तक हरेक पिंड या मोहल्ला इकट्ठा होके नरेंद्र मोदी प्रधानमंत्री का पुतला भी फूके। ये सारे देश में होएगा 26 चलो। सो जिस तरह दस्या गया कि ਜਿਹੜਾ ਗੰਨੇ ਦਾ ਰੇਟ है ਉਹ 'ਚ ਵਾਧਾ नहीं किया गया। पंजाब सरकार ਨੂੰ ਅਸੀਂ ਲਗਭਗ ਜਿਹੜਾ ਸੀਜ਼ਨ ਕਰੰਟ ਹੁਣ ਚੱਲ ਕੇ ਹਟਿਆ 2020 की ਉਸ ਤੋਂ ਪਹਿਲੇ ਅਸੀਂ ਲਗਭਗ 30 ਸਤੰਬਰ ਨੂੰ ਆਪਣੇ ਵੱਲੋਂ ਐਪਲੀਕੇਸ਼ਨ ਦੇ ਕੇ ਆਏ ਸਾਂ ਔਰ ਉਸ ਐਪਲੀਕੇਸ਼ਨ ਦੇ ਵਿੱਚ ਅਸੀਂ ਬਕਾਇਦਾ ਮੰਗ ਕਰਕੇ ਆਏ ਸਨ ਕਿ गन्ने का रेट 50 रुपए प्रति क्विंटल वाधा किया जाए। सो ਉਹਦੇ ਮੁਤਾਬਕ क्योंकि ਨਾਲ ਦੀ स्टेट ਦੇ ਵਿੱਚ 350 रुपए रेट है हरियाणा ਦੇ ਵਿੱਚ, पर ਅਸੀਂ 50 रुपए की डिमांड रखी सी और मुख्य मंत्री जी ने कहा सी भी थोड़े दिनों ਦੇ ਵਿੱਚ ਹੀ ਅਸੀਂ ਇਹ ਜਿਹੜਾ फैसला करके रेट ਵਧਾ देंगे, पर पूरा सीजन चला गया, कोई सरकार ने रेट 'ਚ वाधा नहीं किया। सो ਹੁਣ ਸਾਡੀ अपील है कि घट तो घट हरियाणे के बरोबर 350 रुपया हरियाणे का, वैसे तो ਅਸੀਂ 50 की मंग की 360 बनते हैं। सो ਸਾਡੇ ਉਹ ਪਾ ਕੇ ਸਾਡਾ ਰੇਟ ਦਾ ਵਾਧਾ ਕੀਤਾ ਜਾਵੇ। ਦੂਜੀ ਗੱਲ ਜਿਹੜੀ ਬਕਾਏ ਦੀ ਹੈ ਉਹ ਕੇਵਲ ਕਰੰਟ ਸੀਜ਼ਨ ਦਾ ਬਕਾਇਆ ਨਹੀਂ, 2019-20 ਸੀਜ਼ਨ ਦਾ ਤੇ ਕਰੰਟ ਸੀਜ਼ਨ ਜਿਹੜਾ ਹੈ 2020-21 ਉਹਦਾ ਬਕਾਇਆ ਹੈ, ਜਿਹਦੇ ਵਿੱਚ ਲਗਭਗ 80 ਕਰੋੜ ਰੁਪਇਆ ਜਿਹੜਾ ਆ ਉਹ ਪਿਛਲੇ ਸੀਜ਼ਨ ਦਾ ਬਕਾਇਆ ਖੜਾ ਹੈ 19-20 ਸੀਜ਼ਨ ਦਾ। ਜਾਨੀ ਕਿ 2 ਸਾਲ ਤੋਂ ਕਿਸਾਨਾਂ ਨੂੰ ਪੈਸੇ ਨਹੀਂ ਮਿਲੇ ਹਲੇ ਤੱਕ ਗੰਨੇ ਦੇ। ਸੋ ਵੱਡੀ ਨਲਾਇਕੀ ਹੈ ਸਰਕਾਰਾਂ ਦੀ। ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ कि ये तुरंत जो बकाया रिलीज कराया जाए, क्योंकि लगभग 1-2 मिलों के अगे तो धरना चल ही रहा है, पर जेकर सरकार ने तुरंत एक्शन ना लिया तो फिर सारा ही पंजाब के जोड़े धरने वो असीं लावांगे। जिवें इत्थे चल रहा संघर्ष अंदोलन चल रहा, पंजाब भी अंदोलन चलावांगे। सो ये सरकार को बिल्कुल आगाह करते हैं कि ये ते केवल विचार ही नहीं, ये तुरंत जोड़ा है वाधा करके पिछले सीजन का भी जो 2020 की हुण चल के हटिया ਉਹਦੀ ਵੀ ਸਾਨੂੰ ਅਦਾਇਗੀ ਉਹਦੇ ਹਿਸਾਬ ਨਾਲ ਤੁਰੰਤ ਜਿਹੜੀ ਕੀਤੀ ਜਾਵੇ। ਸੋ ਇਹ ਬੇਨਤੀਆਂ ਨੇ। ਧੰਨਵਾਦ। ਸਾਰੇ ਮੀਡੀਆ ਵਾਲੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਜੀ। ਬਾਕੀ ਮੈਂ ਇਸ ਮਾਧਿਅਮ ਦੇ ਰਾਹੀਂ ਪੰਜਾਬ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਵੀ ਜਿਹੜਾ ਮੋਰਚਾ ਹੈ ਪੂਰੀ ਚੜ੍ਹਦੀ ਕਲਾ ਦੇ ਵਿੱਚ ਹੈ। ਆਪਾਂ ਹੋਰ ਵੀ ਬਾਕੀ ਜਿਹੜੀ ਸੰਗਤ ਹੈ ਅਜੇ ਘਰਾਂ ਦੇ ਵਿੱਚ ਹੈ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ। ਆਪਾਂ ਕਣਕ ਦੀ ਵਾਢੀ ਤੋਂ ਵਿਹਲੇ ਹੋ ਚੁੱਕੇ ਹਾਂ, ਜੇ ਦੂਜੀ ਫਸਲ ਜਿਹੜੀ ਸਾਡੀ ਝੋਨੇ ਦੀ ਉਹਦੀ ਲਵਾਈ ਦਾ ਟਾਈਮ ਆ। ਆਪਾਂ ਮੋਰਚੇ ਨੂੰ ਹੋਰ ਕਾਮਯਾਬ ਕਰੀਏ, ਇੱਥੇ ਜਿਹੜੀ ਆਪਣੀ ਸੰਗਤ ਆ ਹੋਰ ਆਪਾਂ ਵੱਧ ਲੈ ਕੇ ਆਈਏ ਤੇ ਮੋਰਚੇ ਦਾ ਪੂਰੇ ਸ਼ਾਨ ਦੇ ਨਾਲ ਇਹਨੂੰ ਆਪਾਂ ਜਿੱਤ ਕੇ ਘਰਾਂ ਨੂੰ ਮੋੜੀਏ। ਸੋ ਮੈਂ ਦੁਬਾਰਾ ਇੱਕ ਵਾਰੀ ਫਿਰ ਅੱਜ ਇੱਥੋਂ ਸੰਯੁਕਤ ਮੋਰਚੇ ਦੀ ਜਿਹੜੀ ਸਾਡੀ ਇਹ ਮੀਡੀਆ ਸੈੱਲ ਆ, IT ਸੈੱਲ ਆ, ਉਹਦੇ ਰਾਹੀਂ ਦੁਬਾਰਾ ਇੱਥੇ ਅੰਦੋਲਨ ਦੇ ਵਿੱਚ ਪਹੁੰਚੀਏ ਤੇ ਕਾਮਯਾਬ ਕਰੀਏ ਇਹਨੂੰ ਅੰਦੋਲਨ ਨੂੰ ਪੂਰੀ ਤਰ੍ਹਾਂ। ਧੰਨਵਾਦ। ਬਜੀਤਪੁਰ ਸਾਹਿਬ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਸਤਿਕਾਰਯੋਗ ਅੱਜ ਇਸੀ ਵਿੱਚ ਸਰਦਾਰ ਪ੍ਰਵੀਰ ਸਿੰਘ ਰਾਜੇਵਾਲ ਜੀ, ਜੰਗਵੀਰ ਜੀ ਤੇ ਮਨਜੀਤ ਰਾਏ ਜੀ, ਮੁਕੇਸ਼ ਜੀ ਤੇ ਬ੍ਰਹਮਕੇ ਜੀ, ਅਸੀਂ ਇਹ ਹੋਰ ਜੋ ਮੰਗ ਕਰਦੇ ਆ, ਜਿਸ ਤਰ੍ਹਾਂ ਮਨਜੀਤ ਜੀ ਨੇ ਪਹਿਲਾਂ ਦੱਸਿਆ ਵੀ ਜੋ ਗੰਨੇ ਦਾ ਰੇਟ ਆ ਜੋ ਲਗਾਤਾਰ 5 ਸਾਲਾਂ ਤੋਂ ਨਹੀਂ ਵਧਿਆ, ਉਸ ਨੂੰ ਤੁਰੰਤ ਵਧਾ ਕੇ ਪੰਜਾਬ ਸਰਕਾਰ ਇਹਨੂੰ ਜੋ ਸਾਡੀਆਂ 2 ਸਾਲਾਂ ਦੀਆਂ ਰਹਿੰਦੀਆਂ ਪੇਮੈਂਟਾਂ ਜੋ ਪਹਿਲਾਂ ਰਾਜੇਵਾਲ ਸਾਹਿਬ ਦੱਸ ਚੁੱਕੇ ਆ, ਉਸ ਨੂੰ ਤੁਰੰਤ ਰਿਲੀਜ਼ ਕੀਤਾ ਜਾਵੇ। ਨਹੀਂ ਤਾਂ ਜਿਸ ਤਰ੍ਹਾਂ ਦਿੱਲੀ ਦੇ ਬਾਰਡਰਾਂ ਤੇ ਸੰਘਰਸ਼ ਚੱਲਦਾ ਤੇ ਇਸੇ ਤਰ੍ਹਾਂ ਮਜਬੂਰਨ ਸਾਨੂੰ ਪੰਜਾਬ ਦੀਆਂ ਸਾਰੀਆਂ ਮਿੱਲਾਂ ਦੇ ਅੱਗੇ ਧਰਨਾ ਲਾਉਣ ਲਈ ਮਜਬੂਰ ਹੋਣਾ ਪਵੇਗਾ। ਸੋ ਪੰਜਾਬ ਸਰਕਾਰ ਨੂੰ ਜਿੱਥੇ ਬੇਨਤੀ ਆ ਤੇ ਉੱਥੇ ਚੇਤਾਵਨੀ ਵੀ ਕਰਦੇ ਆ ਵੀ ਇਹਨੂੰ ਤੁਰੰਤ ਛੇਤੀ ਤੋਂ ਛੇਤੀ ਕੁਛ ਹੀ ਦਿਨਾਂ ਵਿੱਚ ਇਹ ਗੰਨੇ ਦਾ ਹੱਲ ਕਰਕੇ ਤੁਰੰਤ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਪਾਏ ਜਾਣ। ਸੋ ਕਿਸਾਨ ਵੀਰਾਂ ਨੂੰ ਵੀ ਇੱਕ ਅਪੀਲ ਕਰਦੇ ਆ, ਜਿਸ ਤਰ੍ਹਾਂ 10 ਮਈ ਨੂੰ ਔਰ 12 ਮਈ ਨੂੰ ਕਣਕ ਵੱਢ ਕੇ ਕਾਫਲੇ ਵੱਡੇ ਮੋਰਚੇ ਵਿੱਚ ਪਹੁੰਚਦੇ ਆ ਤੇ ਉਹ ਕਿਸਾਨ ਵੀਰਾਂ ਨੂੰ ਪੰਜਾਬ ਨੂੰ ਹਰਿਆਣੇ ਇਸ ਮੋਰਚਿਆਂ ਵਿੱਚ ਜੋ ਕੇਂਦਰ ਸਰਕਾਰ ਤੇ ਦਬਾਅ ਬਣਾ ਕੇ ਆਪਣੀਆਂ ਜੋ ਸਾਡੀਆਂ ਹੱਕੀ ਮੰਗਾਂ ਆ ਉਹਨਾਂ ਦਾ ਅਸੀਂ ਮਨਵਾ ਸਕੀਏ। ਇੰਨਾ ਹੀ ਕਹਿੰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਸਵਾਲ? ਮੈਂ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਪ੍ਰਵੀਰ ਸਿੰਘ ਜੀ ਰਾਜੇਵਾਲ ਸਾਹਿਬ ਤੇ ਸਾਥੀਆਂ ਸਮੇਤ ਅੱਜ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ। 29 ਸਤੰਬਰ ਤੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਕਿ ਇਸ ਗੰਨੇ ਦੇ ਭਾਅ ਵਿੱਚ ਵਾਧਾ ਕੀਤਾ ਜਾਵੇ, ਪਰ ਅੱਜ ਤੱਕ ਉਹ ਵਾਧਾ ਨਹੀਂ ਕੀਤਾ ਗਿਆ। ਇਸ ਗੱਲ ਨੂੰ 7-8 ਮਹੀਨੇ ਹੋ ਗਏ। ਸਾਰੇ ਦੇਸ਼ ਵਿੱਚ ਇੱਕ ਦਿਨ ਨਹੀਂ ਰੋਜ਼ ਤੇ ਜਿਹੜਾ ਸਰਕਾਰਾਂ ਨੇ ਖਾਤਿਆਂ 'ਚ ਪੈਸੇ ਪਾਏ ਨੇ ਕਿਸਾਨਾਂ ਦੇ, ਉਹਦੇ ਬਾਰੇ ਕੀ ਕਹੋਗੇ? ਜਿਹੜੇ ਹੁਣ ਆ ਰਹੇ ਪੈਸੇ ਜਿਹੜੇ ਉਹ ਸਰਕਾਰ ਸਿਰਫ ਡਰਾਮਾ ਕਰਦੀ ਹੈ। ਤੁਸੀਂ ਦੱਸੋ, ਜਦੋਂ MSP ਨਹੀਂ ਮਿਲਦੀ, ਇਹਦਾ ਮਤਲਬ 1000 ਰੁਪਈਆ ਕੁਇੰਟਲ ਇੱਕ ਕਿਸਾਨ ਨੂੰ ਘਾਟਾ ਪੈਂਦਾ ਹੈ ਤੇ 20000 ਰੁਪਈਆ ਇੱਕ ਏਕੜ ਵਿੱਚੋਂ ਦਾ ਕੱਢ ਲਿਆ ਤੇ ਦੇ ਦਿਓ ਉਹਨੂੰ 6000 ਸਾਲ ਦਾ, 14000 ਸਰਕਾਰ ਵੱਲ। ਇਹ ਡਰਾਮਾ ਨਹੀਂ ਤਾਂ ਹੋਰ ਕੀ ਹੈ? ਔਰ ਇਸੇ ਤਰ੍ਹਾਂ ਹਰ ਰੋਜ਼ ਜਿਹੜੀਆਂ ਇਨਪੁਟਸ ਨੇ ਉਹਨਾਂ ਦੇ ਰੇਟ ਵਧੀ ਜਾ ਰਹੇ ਨੇ। ਹੈਰਾਨੀ ਵਾਲੀ ਗੱਲ ਹੈ ਵੀ 700 ਰੁਪਏ ਫੀ ਥੈਲਾ, 50 ਕਿਲੋ ਦਾ ਥੈਲਾ 700 ਰੁਪਈਆ DAP ਦਾ ਰੇਟ ਵਧਾਇਆ, ਜਿਹੜਾ ਇੱਕ ਮੇਜਰ ਕੰਪੋਨੈਂਟ ਹੈ ਖੇਤੀ ਦੇ ਵਿੱਚ। ਤੇ ਬਾਕੀ ਸਾਰੀਆਂ ਖਾਦਾਂ ਦੇ ਰੇਟ ਇਸੇ ਤਰ੍ਹਾਂ ਵਧਾਏ ਨੇ। ਡੀਜ਼ਲ ਪੈਟਰੋਲ ਦੇ ਰੇਟ ਰੋਜ਼ ਵੱਧਦੇ ਨੇ। ਤੁਹਾਨੂੰ ਪਤਾ ਸਿਰਫ ਥੋੜ੍ਹੇ ਦਿਨ ਜਦੋਂ ਬੰਗਾਲ ਦੀ ਚੋਣ ਸੀ ਉਦੋਂ 4 ਦਿਨ ਰਾਹਤ ਰਹੀ, ਚੁੱਪ ਰਹੇ, ਉਹਦੇ ਬਾਅਦ ਫਿਰ ਇੱਕਦਮ ਵਧਾਤੇ। ਔਰ ਬੰਗਾਲ ਦੀ ਚੋਣ ਦੇ ਦੌਰਾਨ ਇਹ ਖਾਦਾਂ ਦੇ ਰੇਟ ਵਧਾਤੇ ਸੀ, ਫਿਰ ਚੋਣਾਂ ਨੂੰ ਮੁੱਖ ਰੱਖ ਕੇ ਥੋੜ੍ਹੇ ਦਿਨ ਲਈ ਉਹ ਰੋਕ ਦਿੱਤਾ ਗਿਆ ਵਾਧਾ, ਤੇ ਹੁਣ ਫਿਰ ਦੁਬਾਰਾ ਵਾਧਾ ਕਰ ਦਿੱਤਾ ਗਿਆ। ਤੇ ਕਿਸ ਤਰ੍ਹਾਂ ਖੇਤੀ ਬਚੇਗੀ ਇਹ ਤੋਂ ਤੁਸੀਂ ਆਪ ਬੜੀ ਭਾਂਤੀ ਅੰਦਾਜ਼ਾ ਲਾ ਸਕਦੇ ਹੋ। ਉਹ ਸਰਕਾਰਾਂ ਦਾ ਵਤੀਰਾ ਜਿਹੜਾ CACP ਹੈ, ਜਿਹੜਾ ਕਮਿਸ਼ਨ ਹੈ ਭਾਵਾਂ ਦੀ ਸਿਫਾਰਿਸ਼ ਕਰਦਾ, ਉਹਦੇ ਹੱਥ ਬੰਨੇ, ਉਹਦੇ ਪਾਬੰਦੀ ਹੈ ਵੀ ਤੁਸੀਂ ਇਸ ਹਿਸਾਬ ਨਾਲ ਭਾਅ ਦੀ ਸਿਫਾਰਿਸ਼ ਕਰਨੀ ਹੈ ਜਿਸ ਤਰ੍ਹਾਂ ਜਿਹਦਾ ਇੰਪੋਰਟ ਐਕਸਪੋਰਟ 'ਤੇ ਕੋਈ ਮਾੜਾ ਅਸਰ ਨਾ ਪਵੇ, ਕਾਸਟ ਆਫ ਲਿਵਿੰਗ 'ਤੇ ਮਾੜਾ ਅਸਰ ਨਾ ਪਵੇ, ਇੰਡਸਟਰੀਅਲ ਕਾਸਟ ਸਟਰਕਚਰ 'ਤੇ ਮਾੜਾ ਅਸਰ ਨਾ ਪਵੇ, ਸਰਕਾਰ ਦੇ ਖਜ਼ਾਨੇ 'ਤੇ ਮਾੜਾ ਅਸਰ ਨਾ ਪਵੇ। ਇਹ ਸਾਰੀਆਂ ਗੱਲਾਂ ਜਿਹੜੀਆਂ ਸਰਕਾਰ ਦੀਆਂ ਜ਼ਿੰਮੇਵਾਰੀਆਂ ਨੇ, ਉਹ ਕਿਸਾਨ 'ਤੇ ਪਾ ਕੇ ਉਹਦਾ ਸਹੀ ਕਾਸਟ ਕੈਲਕੂਲੇਸ਼ਨਸ ਨਾ ਕਰਨਾ ਔਰ ਭਾਅ ਘੱਟ ਦੇਣਾ। ਮੈਨੂੰ ਪਤਾ ਲੱਗਿਆ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਝੋਨੇ ਦੀ ਕਾਸਟ ਜਿਹੜੀ ਕੱਢੀ ਉਹ 250 ਰੁਪਏ ਕੁਇੰਟਲ ਕੱਢੀ, ਤੇ ਜਿਹੜੀ CACP ਨੇ ਸਿਫਾਰਿਸ਼ ਕੀਤੀ ਹੈ ਭਾਅ ਦੀ ਉਹ 1960 ਹੈ। ਇਹ ਹਾਲੇ ਬਿਜਾਈ ਤੋਂ ਪਹਿਲਾਂ ਦੀ ਸਿਫਾਰਿਸ਼ ਹੈ। ਇੱਕ ਤਾਂ ਪੈਮਾਨਾ ਬਦਲ ਗਿਆ, 2 ਵਾਰ ਭਾਅ ਅਨਾਉਂਸ ਹੁੰਦਾ ਸੀ। ਇੱਕ ਬਿਜਾਈ ਤੋਂ ਪਹਿਲਾਂ ਉਹਦਾ ਮਕਸਦ ਸੀ ਵੀ ਜੇ ਤੁਹਾਨੂੰ ਇਹ ਭਾਅ ਪੁੱਗਦਾ ਤਾਂ ਫਸਲ ਬੀਜੋ, ਨਹੀਂ ਪੁੱਗਦਾ ਨਹੀਂ ਹੋਰ ਬੀਜੋ। ਇੱਕ ਤਾਂ ਬਿਜਾਈ ਤੋਂ ਪਹਿਲਾਂ ਦੁਬਾਰਾ ਜਿਹੜੀ ਕਾਸਟ ਵੱਧ ਆਈ ਜਾਂਦੀ ਹੈ ਉਹਨੂੰ ਧਿਆਨ 'ਚ ਰੱਖ ਕੇ ਵਾਢੀ ਤੋਂ ਪਹਿਲਾਂ ਹੁੰਦਾ ਸੀ। ਹੁਣ ਜਿਹੜੀ ਬਿਜਾਈ ਤੋਂ ਪਹਿਲਾਂ ਅਨਾਉਂਸ ਕਰਤੀ, ਵਾਢੀ ਤੱਕ ਖਾਦਾਂ ਦੇ ਰੇਟ ਵੱਧ ਗਏ, ਡੀਜ਼ਲ ਦੇ ਰੇਟ ਰੋਜ਼ ਵਧੀ ਜਾਣਾ। ਇਹ ਕਿਸੇ ਖਾਤੇ 'ਚ ਨਹੀਂ ਗਿਣੇ ਜਾਣੇ। ਇਹ ਫਿਰ
ਵਿੱਚ ਵਿਚਾਲੇ ਰਹਿ ਗਏ ਤਾਂ ਪਿਛਲੇ ਸਾਲ ਦੀ ਕਾਸਟ ਕੈਲਕੂਲੇਸ਼ਨ ਤੇ ਬੇਸਡ ਅਗਲੇ ਸਾਲ ਦਾ ਭਾਰ ਦਿੱਤਾ ਉਹਦੇ ਅਗਲੇ ਸਾਲ ਦਾ ਇਸ ਸਾਲ ਦੀ ਕਾਸਟ ਕੈਲਕੂਲੇਸ਼ਨ ਤੇ ਬੇਸਡ ਹੋਏਗਾ। ਜਿਹੜਾ ਇੱਕ ਸਾਲ ਵਿਚਾਲੇ ਗੈਪ ਇਨਪੁਟਸ ਦੀ ਕਾਸਟ ਵਧੀ ਚਲੀ ਗਈ ਉਹ ਕਿਸੇ ਖਾਤੇ 'ਚ ਨਹੀਂ ਲਿਆ ਜਾਂਦਾ। ਇਹੋ ਵਜ੍ਹਾ ਹੈ कि आज इतने तक किसान खुदकुशियाँ कर रहे हैं। सर आंदोलन को तेज करने के लिए कोई आगामी योजना है किसान मोर्चा की? है वो जो अनाउंस करेंगे एसकेएम की तरफ से। जैसे संसद घेराव के पीछे बात आई थी कि थोड़ा संसद घेराव की बात करने नहीं वो सारी मोडेलिटी डिस्कस हो रही है। कुछ एक सिर्फ डेट तय करनी रहेगी। कोरोना की वजह से वो डेट नहीं तय हो रही। एक नेशनल लेवल की कन्वेंशन करने जा रहे हैं यहाँ पे सारी देश की ऑर्गेनाइजेशंस की तरफ से। वो भी जल्दी ये कोरोना ठीक हो जाए वो भी करेंगे। और नेक्स्ट कोर्स ऑफ एक्शन जो है ये कोरोना की वजह से रुका हुआ है। और एक बात साफ कर दूं, कल एसकेएम की मीटिंग में भी ये बड़ा क्लियर कहा गया, ये सरकार अपनी नाकामियों पे पर्दा डालने के लिए कभी किसान आंदोलन को बदनाम करती है, किसी हॉस्पिटल में बेड नहीं मिल रहा, ऑक्सीजन नहीं मिल रही, सरकार से वैक्सीनेशन नहीं हो रही, सरकार के पास दवाइयाँ नहीं, लोगों को दवाई नहीं, लेकिन वो कहते हैं किसान मोर्चा की वजह से कोविड फैला है। जबकि असलियत ये है रात को अपने घर वापस गांव में जाते हैं, वो एक तो कैरियर का काम करते हैं वो लोग। आमतौर पे गांव में किसानों में मजदूरों में कोविड की समस्या इतनी नहीं है। जिसका जो कैरियर का काम है वो लोग जो इंडस्ट्री में काम करने जाते हैं या कोई नौकरी करने जाता है शहर में वहाँ से लेके आते हैं। हम कहते हैं कि कोविड की बीमारी है तो इसके प्रिकॉशंस के लिए हम तो अपनी तरफ से कर ही रहे हैं। सरकार को लोगों को अवेयर करना चाहिए, सरकार को लोगों को सहूलतें देनी चाहिए। और हमारी मांग है कि ये कोविड के इलाज के लिए सरकार इसकी कॉस्ट बेयर करे, लोगों पे इसका भार नहीं डालना चाहिए। चाहे गैस है, चाहे कोई दवाइयाँ हैं, पूरा इलाज लोगों की तो कोई गलती नहीं। हेल्थ सरकार की जिम्मेवारी है, एजुकेशन हेल्थ इसका प्रबंध करने की सरकार की जिम्मेदारी है। फ्री ऑफ कॉस्ट इलाज होना चाहिए। सर 22 जनवरी के बाद सरकार के साथ कोई बातचीत नहीं हुई। आप लोगों को भी इतना बड़ा लंबा समय हो गया यहाँ पे, लेकिन 22 जनवरी के बाद ना तो सरकार की तरफ से कोई इस तरीके का आवागमन हुआ कि तो पूछते ही नहीं, किसी की परवाह ही नहीं करते। वो कहते हैं हम तो अपने ढंग से चलेंगे। लेकिन किसान आंदोलन की तरफ से हमने कभी डिनाई नहीं किया। हमने हमेशा, सरकार ने कहा, प्राइम मिनिस्टर ने कहा मैं एक कॉल की दूरी पे हूँ। हम पूछते रहे कि बताओ किस नंबर पे हम कॉल करें, वी आर रेडी टू सिट ऑन द टेबल। तो हमने कभी इनकार नहीं किया। जब भी सरकार बुलाएगी हम जाएंगे, बातचीत करेंगे, क्योंकि हमें पता है कि हर मसले का हल बातचीत से ही होता है। आप कब तक इंतजार करेंगे सर? इतना लंबा समय हो गया सरकार बातचीत नहीं कर रही है, कितना लंबा इंतजार करें? हम किसान हैं, हमारा बहुत लंबा समय ये सरकार ने देखना है। हमारा तो जो है यहाँ बैटरी का ही कष्ट है, लेकिन सरकार की जो ये मैसेज आ रहा है नीचे से सारे देश में, उससे सरकार की जड़ें सरदार जी कोई डॉक्टर आउन की संभावना है या जी ऑपरेशन होए थे साडे कोल दवाई नहीं मोर्चे के प्रति तुसी चंगी तरह जागरूक हो। बहुत सारिया घटनावां मोर्चे च वापर रही, कई नशेड़ी आके चोरियां कर रहे हैं। हुणे पिछे जेडे पक्षियां की गल चली है कि चोर जेडे फड़े गए हैं, तो वो भी तुसी भी कार्रवाई की है कि इहो जे चोर जेडे किसानी आंदोलन च ना आन? नहीं, ऐसे बहुत बड़ी पार्टी पुलिस के हवाले किए हैं। अज भी मैं कुछ कंप्लेंट्स एसएसपी ने कर चुका, लेकिन टेक एक्शन पहला कहना जिस हिसाब ने टिकरी ते घटना वापरी सी तां इत्थे भी कोई सख्त कदम चुके कि कोई जथेबंदी बनाई गई बीबियां दी भी तां जो इत्थे ना कोई घटना वापर सके। आने वाले 2 दिनों के अंदर जी दुकानदारों का कि एक तरफ से तो किसान आंदोलन चल रहा है, उसकी वजह से पीड़ित है, दूसरी तरफ से सरकार ने लॉकडाउन करवा दिया। तो उन दुकानदारों के जैसे कि किराए की भी दुकानें हैं, जिनको किराया भी देना है, बिजली बिल भी देना है, तो दोहरी मार खा रहे हैं। कहीं ना कहीं इसमें किस तरीके का नजरिए से? देखिए, किसान आंदोलन बड़ा स्पष्ट है इस बात पे। लॉकडाउन इस समस्या का हल नहीं है। समस्या लोगों की रोटी छीन लेना, कोई दिहाड़ी पे जाता है उसको काम ना मिले, लॉकडाउन करके बंद कर दो घर में, दुकानदार की दुकान बंद कर दो, उसका
ਉਦੋਂ ਵੀ ਕਿਸਾਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਪ੍ਰਵਾਸੀ ਮਜ਼ਦੂਰ ਸੀ ਜਿਹੜੇ ਉਹ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਸੀ। ਤਾਂ ਇਸ ਵਾਰ ਵੀ ਜੇ ਇਦਾਂ ਹੋਇਆ ਤਾਂ ਪ੍ਰਵਾਸੀ ਮਜ਼ਦੂਰ ਨਾਲ ਉਹਨਾਂ ਨੇ ਆਪਣੇ ਆਪ ਹਿੰਮਤ ਕਰਕੇ ਕਵਰ ਕਰ ਲਈ ਸੀ। ਇਸ ਵਾਰੀ ਬਹੁਤ ਵੱਡੀ ਪੱਧਰ ਤੇ ਸਿੱਧੀ ਬਜਾਈ ਹੋ ਗਈ ਹੈ ਜੀ ਮੰਗ ਕੀਤੀ ਜਾ ਰਹੀ ਸੀ ਕਿਸਾਨਾਂ ਵੱਲੋਂ ਵੀ ਸਾਨੂੰ ਪ੍ਰਵਾਸੀ ਮਜ਼ਦੂਰ ਨਹੀਂ ਮਿਲ ਰਹੇ। ਨਹੀਂ, ਇਸ ਉਸੇ ਦਾ ਹੱਲ ਹੈ ਨਾ। ਪਿਛਲੀ ਵਾਰੀ ਇੱਕ ਤੇ ਨਵਾਂ ਤਜਰਬਾ ਹੋ ਗਿਆ, ਜਿਹੜੀ ਮੈਨੂਅਲੀ ਟਰਾਂਸਪਲਾਂਟੇਸ਼ਨ ਹੁੰਦੀ ਸੀ ਪੈਟੀ ਦੀ, ਹੁਣ ਲੋਕਾਂ ਨੇ ਯੂਨੀਵਰਸਿਟੀ ਨੇ ਸਾਇੰਟਿਸਟ ਨੇ ਇਹ ਨਵਾਂ ਤਰੀਕਾ ਲੱਭਿਆ ਵੀ ਉਹਦੇ ਨਾਲ ਪਾਣੀ ਬਚਦਾ ਹੈ। ਦੂਜਾ ਸਿੱਧੀ ਬਿਜਾਈ ਚੋਂ ਜਿਹੜੀ ਹੋ ਜਾਂਦੀ ਹੈ ਡਰਿਲ ਦੇ ਨਾਲ, ਤੇ ਉਹ ਬਹੁਤ ਵੱਡੀ ਪੱਧਰ ਤੇ ਇਸ ਵੇਲੇ ਹੋ ਰਹੀ ਹੈ। ਕਿਸਾਨ ਅਵੇਅਰ ਨੇ ਵੀ ਇਸ ਵਾਰੀ ਲੇਬਰ ਦੀ ਫੇਰ ਪ੍ਰੋਬਲਮ ਹੋਏਗੀ, ਇਸ ਲਈ ਮੇਰਾ ਖਿਆਲ ਹੈ ਕਮ ਅਜ਼ ਕਮ ਇਸ ਵਾਰੀ 50% ਝੋਨਾ ਤਾਂ ਸਿੱਧੀ ਬਿਜਾਈ ਨਾਲ ਲੱਗ ਜਾਏਗਾ। ਸਮੱਸਿਆ ਹੈ ਕਿ ਜਿੱਠਾਂ ਪੰਜਾਬ ਸਰਕਾਰ ਨੇ ਕਿਹਾ ਜੀ 10 ਜੂਨ ਦੀ ਤਰੀਕ ਦਿੱਤੀ ਹੈ, 10 ਜੂਨ ਤੋਂ ਪਹਿਲਾਂ ਝੋਨਾ ਜਿਹੜਾ ਨਹੀਂ ਲਾ ਸਕਦੇ।